ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 29 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਇਸ ਦੇ ਨਾਲ ਅਪਗ੍ਰੇਡ ਮਾਈ ਹੋਮ ਵਾਲੇ, ਜਿਨ੍ਹਾਂ ਦੇ ਕੋਲੋਂ ਜੇ ਤੁਸੀਂ ਘਰ ਦਾ ਕਿਸੇ ਵੀ ਤਰੀਕੇ ਦਾ ਅਪਗ੍ਰੇਡ ਕਰਾਉਣਾ ਹੈ, ਰੈਨੋਵੇਸ਼ਨ ਕਰਾਉਣੀ ਹੈ, ਕੰਟੈਕਟ ਕਰੋ 7079146411। ਕਿਸੇ ਵੀ ਤਰੀਕੇ ਦੀ ਫਲੋਰਿੰਗ ਲਈ ਵੁੱਡ, ਟਾਈਲ, ਵਾਈਨਲ ਪੇਂਟਿੰਗ ਕਰਵਾਉਣੀ ਹੋਵੇ, ਵਾਟਰ ਸੌਫਟਵੇਅਰ, ਬਲਾਈਂਡਸ ਇੰਸਟਾਲੇਸ਼ਨ, ਗਰਾਜ ਦੇ ਵਿੱਚ ਕਿਚਨ ਸੈਟਅਪ ਕਰਵਾਉਣਾ ਹੋਵੇ, ਅਫੋਰਡੇਬਲ ਪ੍ਰਾਈਜ਼ਸ ਨੇ ਤੇ ਇਹਨਾਂ ਦੇ ਨਾਲ ਕੰਟੈਕਟ ਕਰੋ 7079146411 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408272 5200 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੇ ਚਾਈਨੀਜ਼ ਕਾਊਂਟਰਪਾਰਟ ਜ਼ੀ ਜਿੰਗਪਿੰਗ ਨੂੰ ਬੁਸਾਨ, ਸਾਊਥ ਕੋਰੀਆ ਦੇ ਵਿੱਚ ਮਿਲਣ ਜਾ ਰਹੇ ਹੈਗੇ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਪਤਾ ਤਾਂ ਨਹੀਂ ਵੀ ਇਹਦਾ ਜਿਹੜਾ ਰਿਜ਼ਲਟ ਕੀ ਨਿਕਲੂਗਾ, ਪਰ ਮੈਨੂੰ ਲੱਗਦਾ ਵੀ ਕਹਿੰਦੇ ਵੀ ਆਰ ਗੋਇੰਗ ਟੂ ਹੈਵ ਏ ਡੀਲ। ਰੇਅਰ ਅਰਥ ਜਿਹੜੇ ਐਲੀਮੈਂਟਸ ਆ ਉਹਨਾਂ ਨੂੰ ਲੈ ਕੇ ਜਿਹੜੀ ਡੀਲ ਆ ਉਹਦੇ ਉੱਤੇ ਗੱਲਬਾਤ ਹੋਣੀ ਹੈਗੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਰਿਪੀਟਡਲੀ ਇਹ ਕਿਹਾ ਸੀਗਾ ਵੀ ਜਿਹੜਾ ਟਿਕਟੌਕ ਨੂੰ US ਦੇ ਵਿੱਚ ਰਨ ਕਰਨ ਦੇ ਲਈ ਵੀ ਉਹ ਬਹੁਤ ਜਲਦੀ ਜਿਹੜਾ ਡਿਸੀਜਨ ਲੈਣਗੇ। ਸੋ US ਦੇ ਜਿਹੜੇ ਟ੍ਰੇਜਰੀ ਸੈਕਟਰੀ ਆ ਸਕਾਟ ਬਸੈਂਟ, ਉਹਨਾਂ ਨੇ ਇਹ ਕਿਹਾ ਕਿ ਪ੍ਰੈਜ਼ੀਡੈਂਟ ਟਰੰਪ ਤੇ ਜ਼ੀ ਜਿੰਗਪਿੰਗ ਜੋ ਹੈਗੇ ਆ ਉਹ ਦੋਨੋਂ ਹੀ ਚਾਹੁੰਦੇ ਹੈਗੇ ਆ ਵੀ ਇਹ ਜਿਹੜੀ ਡੀਲ ਬਣੇ, ਕਿਉਂਕਿ ਜਿਹੜੇ ਟੈਰਿਫਸ ਆ ਕਾਫੀ ਜਿਹੜੇ ਚਾਈਨਾ ਦੇ ਉੱਤੇ ਲੱਗੇ ਹੋਏ ਹੈਗੇ ਆ। ਪਿਛਲੇ ਸਾਲ US ਦੇ ਜਿਹੜੇ ਲੈਜਿਸਲੇਟਰਸ ਆ ਉਹਨਾਂ ਨੇ ਲਾ ਪਾਸ ਕੀਤਾ ਸੀ ਜਿਹਦੇ ਮੁਤਾਬਕ ਵੀਡੀਓ ਸ਼ੇਅਰਿੰਗ ਐਪ ਜਿਹੜੀ ਹੈਗੀ ਆ ਟਿਕਟੌਕ, ਉਹਨੂੰ ਬੈਨ ਕਰਨ ਦੀ ਗੱਲ ਕੀਤੀ ਗਈ ਸੀ ਜਾਂ ਉਹਦੀ ਜਿਹੜੀ ਓਨਰਸ਼ਿਪ ਆ ਉਹ ਅਮਰੀਕਨ ਕੰਪਨੀ ਨੂੰ ਸ਼ਿਫਟ ਕਰ ਦਿੱਤੀ ਜਾਵੇ। ਜਨਵਰੀ ਦੇ ਵਿੱਚ ਜਿਹੜੀ ਡੈਡਲਾਈਨ ਸੀ ਉਸ ਨੂੰ ਬਾਰ-ਬਾਰ ਪ੍ਰੈਜ਼ੀਡੈਂਟ ਟਰੰਪ ਹੁਣੀ ਐਕਸਟੈਂਡ ਕਰਦੇ ਰਹੇ ਹੈਗੇ। ਜੀ, ਇੱਕ ਜਿਹੜੇ 7 ਸਰਕਟ ਕੋਰਟ ਆਫ ਅਪੀਲਸ ਆ ਉਹਨਾਂ ਨੇ 1 ਪੇਜ ਦੀ ਜਿਹੜੀ ਸਸਪੈਂਸ਼ਨ ਆ ਉਹ ਆਰਡਰ ਕੀਤੀ ਆ, ਜਿਸ ਦੇ ਵਿੱਚ ਜਿਹੜੇ ਸੀਨੀਅਰ ਬਾਰਡਰ ਪੈਟਰੋਲ ਅਫੀਸ਼ੀਅਲ ਜਿਹੜੇ ਸੀਗੇ ਗ੍ਰੈਗ ਬਵੀਨੋ, ਜਿਨ੍ਹਾਂ ਨੂੰ ਰੋਜ਼ਾਨਾ ਡੇਲੀ ਬਰੀਫਿੰਗਸ ਇੱਕ ਜੱਜ ਨੂੰ ਪੇਸ਼ ਕਰਨ ਦੇ ਲਈ ਆਖਿਆ ਗਿਆ ਸੀ, ਉਸ ਉੱਤੇ ਉਹਨਾਂ ਨੇ ਰੋਕ ਲਾ ਦਿੱਤੀ ਆ। ਅਪੀਲ ਕੋਰਟ ਆ ਉਹਨਾਂ ਨੇ ਇਸ ਦੇ ਵਿੱਚ ਆਪਣਾ ਰੁਖ ਜਿਹੜਾ ਉਹ ਜ਼ਾਹਰ ਕੀਤਾ। US ਡਿਸਟ੍ਰਿਕਟ ਜੱਜ ਸਾਰਾ ਇਲਾਈਸ ਦੇ ਨਾਲ ਜਿਹੜੀ ਆ ਮੀਟਿੰਗ ਤੋਂ ਬਾਅਦ ਦੇ ਵਿੱਚ, ਜਿਹੜੀ ਪਹਿਲੀ ਮੀਟਿੰਗ ਹੋਈ ਸੀ ਗ੍ਰੈਗ ਬਵੀਨੋ ਦੀ, ਉਸ ਤੋਂ ਬਾਅਦ ਦੇ ਵਿੱਚ ਇਹ ਵਾਪਰਿਆ ਸੀ। ਜੱਜ ਜਿਹੜੇ ਐਲਿਸ ਆ ਉਹਨਾਂ ਨੇ ਆਰਡਰ ਕੀਤਾ ਸੀਗਾ ਮੀਟਿੰਗਸ ਦੇ ਲਈ ਵੀ ਤੁਸੀਂ ਰੋਜ਼ਾਨਾ ਸਾਨੂੰ ਜਿਹੜਾ ਉਹ ਦੱਸੋ ਵੀ ਕੀ ਕੁਛ ਜਿਹੜਾ ਤੁਸੀਂ ਇਸ ਦੇ ਵਿੱਚ ਕਰ ਰਹੇ ਆ। ਆਪਰੇਸ਼ਨ ਮਿਡਵੇ ਬਲਟਸ, ਜੋ ਕਿ ਸ਼ਿਕਾਗੋ ਦੇ ਇਲਾਕੇ ਦੇ ਵਿੱਚ ਫੈਡਰਲ ਏਜੰਟਸ ਦੇ ਦੁਆਰਾ, ਆਈਸ ਦੇ ਦੁਆਰਾ, DHS ਦੇ ਦੁਆਰਾ ਕੀਤਾ ਜਾ ਰਿਹਾ, ਉਹਦੇ ਵਿੱਚ ਹੁਣ ਤੱਕ 1800 ਜਾਣਿਆਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਤੇ ਕਈ ਕੰਪਲੇਂਟਸ ਇਹਨਾਂ ਦੇ ਉਲਟ ਐਕਸੈਸਿਵ ਫੋਰਸ ਦੀਆਂ ਲਗਾਈਆਂ ਗਈਆਂ ਹੈਗੀਆਂ ਆ। ਕੱਲ ਇਹਨਾਂ ਦੀ ਪਹਿਲੀ ਜਿਹੜੀ ਇੱਕ ਹਿਸਾਬ ਦੇ ਨਾਲ ਪੇਸ਼ੀ ਜਿਹੜੀ ਉਹ ਹੋਣੀ ਸੀ ਤੇ ਰੋਜ਼ਾਨਾ ਇਹਨਾਂ ਨੂੰ ਪੇਸ਼ ਹੋਣ ਦੇ ਲਈ ਆਖਿਆ ਗਿਆ ਸੀ, ਪਰ ਹੁਣ ਇੱਕ ਅਪੀਲ ਕੋਰਟਸ ਨੇ ਉਹਨਾਂ ਨੂੰ ਰੋਜ਼ ਬਰੀਫਿੰਗਸ ਦੇਣ ਤੋਂ ਰੋਕ ਦਿੱਤਾ ਆ ਉਸ ਚੀਜ਼ ਦੇ ਉੱਤੇ। ਸੋ ਅਟਰਨੀਜ਼ ਕਹਿੰਦੇ ਆ ਵੀ ਜਿਹੜੇ ਜੱਜ ਏਲਿਸ ਆ ਉਹਨਾਂ ਦੇ ਨਾਲ ਮਿਲਣਗੇ, ਜਿਹੜੇ ਆ ਉਹ ਮਿਲੇ ਇਨਫੈਕਟ ਈਵਨਿੰਗ ਦੇ ਵਿੱਚ, ਤੇ ਲੌਜਿਸਟਿਕਸ ਐਵੀਡੈਂਸ ਗੈਦਰਿੰਗ ਫੇਜ਼ ਦੇ ਵਿੱਚ ਜਿਹੜੇ ਉਹ ਪਹੁੰਚੇ ਹੈਗੇ ਨੇ। ਸੋ ਕਹਿੰਦੇ ਵੀ ਉਹਨਾਂ ਨੇ ਐਗਰੀ ਕੀਤਾ ਆ ਵੀ ਰਾਤ ਦੇ 9 ਵਜੇ ਤੱਕ ਜਿਹੜੀ ਉਹ ਡੈਡਲਾਈਨ ਰੱਖੀ ਗਈ ਆ ਬਾਡੀ ਕੈਮਰਾ ਰਿਕਾਰਡਿੰਗਸ ਆ ਫੈਡਰਲ ਏਜੰਟਸ ਦੀ, ਜਿਸ ਦੇ ਵਿੱਚ ਟੀਅਰ ਗੈਸ ਦੀ ਵਰਤੋਂ ਕੀਤੀ ਗਈ ਆ, ਵੀ ਉਹਨਾਂ ਨੂੰ ਉਹ ਸਬਮਿਟ
ਕੀਤਾ ਜਾਵੇ। ਪਿਛਲੇ ਹਫ਼ਤੇ ਲਿਟਲ ਵਿਲੇਜ ਕਰਕੇ ਨੇਬਰਹੁੱਡ ਆ, ਜਿਸ ਦੇ ਵਿੱਚ ਮੈਕਸੀਕਨ ਅਮਰੀਕਨ ਲੋਕ ਉੱਥੇ ਰਹਿੰਦੇ ਨੇ। ਉਹਨਾਂ ਦੇ ਉੱਤੇ ਜਿਹੜੀ ਇਹ ਟੀਅਰ ਗੈਸ ਦੀ ਵਰਤੋਂ ਜਿਹੜੀ ਉਹ ਜ਼ਿਆਦਾ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਹੀ ਇਹ ਸਾਰਾ ਰੌਲਾ ਰੱਪਾ ਪਿਆ ਸੀਗਾ। ਪਰ ਹੁਣ ਅਪੀਲ ਕੋਰਟਸ ਨੇ ਰੋਜ਼ਾਨਾ ਬਰੀਫਿੰਗਸ ਜਿਹੜੇ ਬਾਰਡਰ ਅਫੀਸ਼ੀਅਲ ਬਵੀਨੋ ਆ ਉਹਨਾਂ ਨੂੰ ਦੇਣ ਤੋਂ ਇੱਕ ਹਿਸਾਬ ਦੇ ਨਾਲ ਹੁਣ ਛੋਟ ਜਿਹੜੀ ਉਹ ਦੇ ਦਿੱਤੀ ਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਉਹਨਾਂ ਨੇ ਆਪਣੀ ਹੀ ਸਟੇਟ ਦੇ ਜਿਹੜੇ ਬੋਰਡ ਆਫ ਗਵਰਨਰਸ ਆ ਉਹਨਾਂ ਨੂੰ ਆਰਡਰ ਕੀਤਾ ਹੈ, ਡਾਇਰੈਕਟ ਕੀਤਾ ਹੈ ਵੀ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਉਹ H1B ਵੀਜ਼ੇ ਵਾਲੇ ਲੋਕਾਂ ਨੂੰ ਹਾਇਰ ਕਰਨਾ ਇੱਕਦਮ ਬੰਦ ਕਰ ਦੇਣ। ਉਹਨਾਂ ਨੇ ਕਿਹਾ ਇਹ ਜਿਹੜੀਆਂ ਪੋਜੀਸ਼ਨਸ ਹੈਗੀਆਂ ਇਹ ਬੜੀ ਈਜ਼ੀਲੀ ਅਮਰੀਕਨ ਵਰਕਰਸ ਦੇ ਨਾਲ ਫਿਲ ਕੀਤੀਆਂ ਜਾ ਸਕਦੀਆਂ। ਵੀ ਮੈਨੂੰ ਸਮਝ ਨਹੀਂ ਆਉਂਦਾ ਵੀ ਤੁਸੀਂ ਫੋਰਨ ਮੁਲਕਾਂ ਤੋਂ ਜਿਹੜੇ ਦੂਜੇ ਮੁਲਕਾਂ ਤੋਂ ਕਿਸ ਤਰ੍ਹਾਂ ਅਸਿਸਟੈਂਟ ਪ੍ਰੋਫੈਸਰ ਤੇ ਕੋਚਸ ਨੂੰ ਹਾਇਰ ਕਰ ਰਹੇ ਹੋ। USCIS ਦੇ ਡਾਟੇ ਮੁਤਾਬਕ ਜੂਨ 30 2025 ਤਾਈਂ 78 ਦੇ ਕਰੀਬ H1B EMPLOYERS ਆ ਤੇ 677 ਬੈਨੀਫੀਸ਼ੀਅਰੀਜ਼ ਆ ਫਲੋਰੀਡਾ ਦੇ ਹਾਇਰ ਐਜੂਕੇਸ਼ਨ ਸੈਕਟਰ ਦੇ ਵਿੱਚ। ਰਿਪਬਲਿਕਨ ਲੀਡਰ ਨੇ ਕਿਹਾ ਕਿ ਵੀ ਫਲੋਰੀਡਾ ਦੀਆਂ ਯੂਨੀਵਰਸਿਟੀਆਂ ਨੂੰ ਚਾਈਨਾ ਤੋਂ ਪਬਲਿਕ ਪਾਲਿਸੀ ਦੇ ਲਈ ਜਿਹੜਾ ਟੀਚ ਕਰਨ ਦੇ ਲਈ ਕੋਈ ਪ੍ਰੋਫੈਸਰ ਲਿਆਉਣ ਦੀ ਜ਼ਰੂਰਤ ਨਹੀਂ ਹੈ। ਅਸੀਂ ਫਲੋਰੀਡਾ ਦੇ ਰੈਜ਼ੀਡੈਂਟ ਜਾਂ ਅਮਰੀਕਨ ਜਿਹੜੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਤੋਂ ਇਹ ਜਿਹੜੀ ਜੌਬ ਪੂਰੀ ਕਰਵਾ ਸਕਦੇ ਹੈਗੇ ਆ। USCIS ਦੇ ਡਾਟੇ ਦੇ ਮੁਤਾਬਕ ਜੂਨ 30 2025 ਤਾਈਂ 1900 ਦੇ ਕਰੀਬ ਜਿਹੜੇ ਫਲੋਰੀਡਾ ਦੇ EMPLOYERS ਆ ਉਹਨਾਂ ਨੇ 7200 ਦੇ ਕਰੀਬ H1B ਵੀਜ਼ਾ ਹੋਲਡਰਸ ਨੂੰ ਸਪਾਂਸਰ ਕੀਤਾ ਆ। ਐਜੂਕੇਸ਼ਨ ਸੈਕਟਰ ਦੇ ਵਿੱਚ 78 EMPLOYERS ਆ ਤੇ 677 ਬੈਨੀਫੀਸ਼ੀਅਰੀਜ਼ ਹੈਗੇ ਆ। ਸੋ ਇਹਦੇ ਨਾਲ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਬੰਬਸ਼ੈਲ ਹੈਗਾ ਆ। ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ H1B ਵੀਜ਼ਾ ਜਿਹੜਾ ਆ ਉਹਨਾਂ ਦੀ ਸਟੇਟ ਦੇ ਵਿੱਚ ਯੂਜ਼ ਕਰਨ ਤੋਂ ਉਸ ਨੂੰ ਖਤਮ ਕਰ ਦਿੱਤਾ ਹੈਗਾ, ਐਬੋਲਿਸ਼ ਕਰ ਦਿੱਤਾ ਹੈਗਾ। ਜੀ। ਅੱਜ ਇੱਕ ਫੈਡਰਲ ਜੱਜ ਨੇ ਇਹ ਰੂਲਿੰਗ ਦਿੱਤੀ ਹੈ ਵੀ ਜਿਹੜੇ ਐਕਟਿੰਗ US ਅਟਾਰਨੀ ਨੇ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ, ਉਹ ਕਹਿੰਦੇ ਵੀ ਅਨਲਾਫੁਲੀ ਸਰਵ ਕਰ ਰਹੇ ਨੇ। ਬਿਲਾਲ ਇਸਿਆਲੀ ਉਹਨਾਂ ਦੇ ਬਾਰੇ ਜਿਹੜੇ ਜੱਜ ਮਾਈਕਲ ਸੀ ਬਰਾਈਟ ਆ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜਾ ਟਰੰਪ ਹੋਣਾ ਨੇ ਜਿਨ੍ਹਾਂ ਨੂੰ ਅਪੁਆਇੰਟ ਕੀਤਾ ਹੈ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ US ਅਟਾਰਨੀ ਦੇ ਤੌਰ ਦੇ ਉੱਤੇ ਅਨਲਾਫੁਲੀ ਗੈਰ ਕਾਨੂੰਨੀ ਢੰਗ ਦੇ ਨਾਲ ਇਸ ਆਪਣੀ ਭੂਮਿਕਾ ਦੇ ਵਿੱਚ ਲੱਗੇ ਹੋਏ ਨੇ। ਕਹਿੰਦੇ ਵੀ ਇਹਨਾਂ ਨੇ ਆਪਣੀ ਜਿਹੜੀ ਪੋਸਟ ਆ ਉਹ ਅਜ਼ਿਊਮ ਕੀਤੀ ਸੀਗੀ ਜਦ ਪਹਿਲਾਂ ਇਹ ਰਿਜ਼ਾਈਨ ਕਰ ਗਏ ਸੀ ਜੁਲਾਈ ਮਹੀਨੇ ਦੇ ਵਿੱਚ। 64 ਪੇਜਾਂ ਦਾ ਆਰਡਰ ਦਿੰਦੇ ਹੋਏ US ਡਿਸਟ੍ਰਿਕਟ ਜੱਜ ਮਾਈਕਲ ਸੀ ਬਰਾਈਟ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਆਪਣੀ ਪੋਸਟ ਆ ਉਸ ਉੱਤੇ ਜਿਹੜੀ ਉਹ ਆਏ ਸੀਗੇ। ਜਿਹੜੀ ਸੈਂਟਰਲ ਡਿਸਟ੍ਰਿਕਟ ਹੈਗੀ ਆ ਉਸ ਦੇ ਅੰਡਰ ਲਾਸ ਐਂਜਲਸ, ਔਰੇਂਜ, ਰਿਵਰਸਾਈਡ ਤੇ ਸੈਨ ਬਰਨਾਰਡੀਨੋ ਕਾਉਂਟੀਜ਼ 7 ਜਿਹੜੀਆਂ ਕਾਉਂਟੀਜ਼ ਆ ਉਹ ਇਹਨਾਂ ਦੇ ਅੰਡਰ ਆਉਂਦੀਆਂ ਆ। ਸੋ ਇਸ ਲਈ ਜਦੋਂ ਵੀ ਕਿਤੇ ਆਪਾਂ ਸਦਰਨ ਕੈਲੀਫੋਰਨੀਆ ਦੀ ਖਬਰ ਹੁੰਦੀ ਆ ਜਾਂ ਉਸ ਦੇ ਵਿੱਚ ਖਾਸ ਕਰਕੇ US ਅਟਾਰਨੀਜ਼ ਦੀ ਕੋਈ ਭੂਮਿਕਾ ਹੁੰਦੀ ਆ ਤਾਂ ਬਿਲ ਇਸਿਆਲੀ ਦਾ ਨਾਮ ਜਿਹੜਾ ਉਹ ਆਪਾਂ ਨੂੰ ਜਿਹੜਾ ਉਹ ਸਾਹਮਣੇ ਆਉਂਦਾ ਆ। ਸੋ ਕਹਿੰਦੇ ਵੀ ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਇਹ ਫਸਟ ਅਸਿਸਟੈਂਟ US ਅਟਾਰਨੀ ਦਾ ਟਾਈਟਲ ਜਿਹੜਾ ਉਹ ਹੋਲਡ ਚਾਹੇ ਉਹ ਕਰਦੇ ਆ। ਤੇ ਜਿਹੜੇ ਜੱਜ ਸੀ ਬਰਾਈਟ ਉਹਨਾਂ ਨੇ ਕਿਹਾ ਵੀ ਜਿਹੜੀ ਅਟਾਰਨੀ ਆ ਜਿਹੜੇ ਅਟਾਰਨੀ ਨੇ ਉਹਨਾਂ ਦੀ ਜਿਹੜੀ ਅਥਾਰਟੀ ਆ ਉਹਦੇ ਵਿੱਚ ਵਾਧਾ ਜਿਹੜਾ ਉਹ ਕੀਤਾ ਗਿਆ ਆ। ਜਿਹੜੇ US ਅਟਾਰਨੀ ਸਿਆਲੀ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਕਿਹਾ ਸੀਗਾ ਵੀ ਇਹ ਜੇ ਰੂਲਿੰਗ ਆਉਂਦੀ ਵੀ ਆ ਇਸ ਦਾ ਕੋਈ ਵੀ ਅਸਰ ਜਿਹੜੇ ਉਹਨਾਂ ਦੇ ਕੰਮ ਕਾਜ ਦੇ ਉੱਤੇ ਨਹੀਂ ਜਿਹੜਾ ਉਹ ਪਊਗਾ। ਕਹਿੰਦੇ ਵੀ ਜਿਨ੍ਹਾਂ ਨੇ ਇੰਟਾਇਰ ਆਰਡਰ ਜਿਨ੍ਹਾਂ ਨੇ ਰੀਡ ਨਹੀਂ ਕੀਤਾ ਉਹਨਾਂ ਨੂੰ ਜਿਹੜਾ ਦੱਸ ਜਾਈਏ ਵੀ ਨਥਿੰਗ ਇਜ਼ ਚੇਂਜਿੰਗ ਤੇ ਮੈਂ ਕੰਟੀਨਿਊ ਕਰੂੰਗਾ ਸਰਵ ਕਰਨਾ ਐਜ਼ ਟਾਪ ਫੈਡਰਲ ਪ੍ਰੋਸੀਕਿਊਟਰ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਲਈ। ਤੇ ਉਹਨਾਂ ਨੇ ਕਿਹਾ ਵੀ ਇਹ ਆਨਰ ਆ ਤੇ ਪ੍ਰਿਵਿਲੇਜ ਆ ਮੇਰਾ ਵੀ ਮੈਂ ਪ੍ਰੈਜ਼ੀਡੈਂਟ ਟਰੰਪ ਤੇ ਅਟਾਰਨੀ ਜਨਰਲ ਪੈਮ ਬੌਂਡੀ ਦੇ ਲਈ ਜਿਹੜਾ ਉਹ ਸਰਵ ਕਰ ਰਿਹਾ ਆ ਤੇ ਉਹਨਾਂ ਦੇ ਏਜੰਡੇ ਨੂੰ ਐਡਵਾਂਸ ਕਰ ਰਿਹਾ ਆ ਜੋ ਕਿ ਅਮਰੀਕਨ ਲੋਕਾਂ ਦੇ ਲਈ ਹੈ। ਅਗਲੀ ਖਬਰ ਜਿਹੜੀ ਆ ਰੀਓ ਡੇ ਜਨੇਰੋ ਤੋਂ ਆ ਰਹੀ ਆ ਜਿੱਥੇ ਕਿ ਪੁਲਿਸ ਵਾਲਿਆਂ ਨੇ ਇੱਕ ਬਹੁਤ ਵੱਡਾ ਆਪਰੇਸ਼ਨ ਕੀਤਾ ਜਿਹਦੇ ਨਾਲ ਕਹਿੰਦੇ ਭਈ 132 ਦੇ ਕਰੀਬ ਜਿਹੜੇ ਡਰੱਗ ਗੈਂਗਸ ਦੇ ਬੰਦੇ ਸੀ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਹੈਗਾ ਉੱਥੇ ਦੀ ਪੁਲਿਸ ਨੇ। ਪਰ ਲੋਕ ਇਹ ਕਹਿ ਰਹੇ ਆ ਨਿਊਯਾਰਕ ਟਾਈਮ ਦੇ ਮੁਤਾਬਕ ਵੀ ਇਹ ਇੱਕ ਤਰ੍ਹਾਂ ਨਾਲ ਜਾਣਬੁੱਝ ਕੇ ਜਿਹੜਾ ਮੈਸਕਰ ਆ ਇਹ ਪੁਲਿਸ ਵੱਲੋਂ ਕੀਤਾ ਗਿਆ ਹੈਗਾ। ਕਹਿੰਦੇ ਵੀ ਸਾਰੇ ਹੀ ਜਿਹੜੇ ਲੋਕ ਆ ਪਹਿਲਾਂ ਕਹਿੰਦੇ ਸੀ ਥੋੜੇ ਬੰਦੇ ਆ 15-20 ਹੋਊਗੇ ਫਿਰ 50-60 ਤੇ ਹੁਣ 132 ਲੋਕ ਉਹਨਾਂ ਦੀਆਂ ਬਾਡੀਜ਼ ਨੂੰ ਇੱਕ ਸੜਕ ਦੇ ਉੱਤੇ ਸਿਰਫ
ਜਿਹੜੀ ਆ ਅੰਡਰਵੀਅਰ ਤੋਂ ਬਿਨਾਂ ਨੰਗਿਆਂ ਪਾਇਆ ਗਿਆ ਤਾਂ ਕਿ ਲੋਕ ਜਿਹੜੇ ਦੇਖ ਸਕਣ ਪੂਰੀ ਦੀ ਪੂਰੀ ਲਾਈਨ ਬਣਾ ਕੇ। ਕਹਿੰਦੇ ਵੀ ਦਰਜਨਾਂ ਦੇ ਕਰੀਬ ਜਿਹੜੇ ਕਾਰਪਸ ਆ ਉਹ ਵੁਡਡ ਏਰੀਏ ਦੇ ਵਿੱਚੋਂ ਪੁੱਲ ਕੀਤੇ ਗਏ। ਸੋ ਬ੍ਰਾਜ਼ੀਲ ਦੇ ਲੋਕ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਗੁੱਸੇ 'ਚ ਵੀ ਆ, ਸਟੰਨਡ ਵੀ ਹੈਗੇ ਆ ਵੀ ਇਹ ਸ਼ਰੇਆਮ ਜਿਹੜੇ ਗੋਲੀਆਂ ਨਾਲ ਮਾਰ ਦਿੱਤੇ ਗਏ ਜੋ ਜੰਗਲ ਦੇ ਵਿੱਚ ਸ਼ੋਅ ਏਦਾਂ ਕੀਤੇ ਗਏ ਵੀ ਜੰਗਲ ਦੇ ਵਿੱਚ ਉਹ ਡਰੱਗ ਟ੍ਰੈਫਿਕਿੰਗ ਕਰ ਰਹੇ ਸੀ। ਗੈਂਗ ਮੈਂਬਰਸ ਨੇ ਵੀ ਰਿਟੈਲੀਏਟ ਕੀਤਾ ਹੈਗਾ ਆ। ਉਹਨਾਂ ਨੇ ਡਰੋਨ ਯੂਜ਼ ਕੀਤੇ ਹੈਗੇ ਆ। ਕਹਿੰਦੇ ਵੀ ਅਸਮਾਨ ਦੇ ਵਿੱਚੋਂ ਐਕਸਪਲੋਸਿਵ ਵੀ ਜਿਹੜੇ ਉਹਨੀ ਆ ਪੁਲਿਸ ਦੇ ਉੱਤੇ ਸਿੱਟੇ ਹੈਗੇ ਆ ਤੇ ਕਹਿੰਦੇ ਵੀ ਬਹੁਤ ਸਾਰਾ ਏਰੀਆ ਧੂਏ ਦੇ ਨਾਲ ਪੂਰਾ ਭਰਿਆ ਹੋਇਆ ਸੀ। ਜੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇੱਕ ਕੈਲੀਫੋਰਨੀਆ ਦੇ ਮਾਰਟਿਨਸ ਡਿਟੈਂਸ਼ਨ ਫੈਸਿਲਿਟੀ ਤੋਂ ਇੱਕ ਬੰਦਾ ਇਹਨਾਂ ਦੇ ਕੋਲੋਂ ਕਹਿੰਦੇ ਵੀ ਗਲਤੀ ਦੇ ਨਾਲ ਰਿਹਾ ਹੋ ਗਿਆ, ਜੋ ਕਿ ਇੱਕ ਮਰਡਰ ਸਸਪੈਕਟ ਸੀ। ਹੁਣ ਉਸ ਨੂੰ ਲੱਭਣ ਦੇ ਲਈ ਜਿਹੜੀ ਸਰਚ ਆ ਉਹ ਕੀਤੀ ਜਾ ਰਹੀ ਆ। 22 ਅਕਤੂਬਰ ਨੂੰ ਮਾਰਟਿਨਸ ਡਿਟੈਂਸ਼ਨ ਫੈਸਿਲਿਟੀ ਮਾਰਟਿਨਸ ਤੋਂ ਐਂਡਰਿਊਜ਼ ਨਾਂ ਦਾ ਜਿਹੜਾ 20 ਸਾਲਾਂ ਦਾ ਆ, ਜਿਸ ਦੇ ਉੱਤੇ ਲੋਕਲ ਚਾਰजेस ਲਾਏ ਹੋਏ ਸੀ, ਜੁਬਨਲ ਵਾਰੰਟ ਆਊਟ ਸੀਗਾ ਸੈਕਰਾਮੈਂਟੋ ਤੇ ਆਊਟ ਆਫ ਸਟੇਟ ਵਾਰੰਟ ਹੋਮਿਸਾਈਡ ਦੇ ਲਈ ਕਾਂਟਰਾ ਕੋਸਟਾ ਸ਼ੈਰਿਫ ਆਫਿਸ ਨੇ ਜਿਹੜਾ ਇਸ ਦੇ ਵਿੱਚ ਦੱਸਿਆ ਹੈਗਾ ਆ। ਸੋ ਇਸਾਇਆ ਜਮੋਨ ਐਂਡਰਿਊਜ਼ ਜੋ ਕਿ ਇੱਕ ਹੋਮਿਸਾਈਡ ਦੇ ਵਿੱਚ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਥਿਤ ਦੋਸ਼ ਨੇ ਤੇ ਕਹਿੰਦੇ ਵੀ ਇਹ ਗਲਤੀ ਦੇ ਨਾਲ ਹੀ ਜਿਹੜਾ ਉਹ ਛੱਡ ਦਿੱਤਾ ਗਿਆ ਹੈ। ਉਹ ਅਸਲ ਦੇ ਵਿੱਚ ਰਹਿਣ ਵਾਲਾ ਕੈਂਟ ਵਾਸ਼ਿੰਗਟਨ ਦਾ ਆ ਤੇ 22 ਅਕਤੂਬਰ ਨੂੰ ਇਸ ਨੂੰ ਜੇਲ੍ਹ ਚੋਂ ਛੱਡਿਆ ਜਿਹੜਾ ਉਹ ਗਿਆ ਸੀਗਾ। ਸੋ ਐਂਡਰਿਊਜ਼ 20 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹੜੀ ਵਹੀਕਲ ਪਰਸੂਟ ਜਿਹੜਾ ਉਹ ਕਰਕੇ ਤੇ ਇੱਕ 20 ਸਾਲਾਂ ਦੇ ਜਿਹੜੇ ਸਿਆਟਲ ਹੋਟਲ ਦੀ ਪਾਰਕਿੰਗ ਲਾਟ 'ਚ ਕਤਲ ਦੇ ਮਾਮਲੇ ਦੇ ਵਿੱਚ ਫੇਟਲ ਸ਼ੂਟਿੰਗ ਦੇ ਮਾਮਲੇ ਦੇ ਵਿੱਚ ਇਹ ਲੋੜੀਂਦਾ ਦੱਸਿਆ ਜਾਂਦਾ ਸੀ। ਇਸ ਨੂੰ ਐਕਸਟਰਾਡਾਈਟ ਕਰਨਾ ਸੀਗਾ, ਇਸ ਦੀ ਹਵਾਲਗੀ ਜਿਹੜੀ ਉਹ ਲੈਣੀ ਸੀਗੀ ਕਿੰਗਸ ਕਾਉਂਟੀ ਨੇ, ਪਰ ਉਸ ਤੋਂ ਪਹਿਲਾਂ ਹੀ ਇਸ ਨੂੰ ਜਿਹੜਾ ਉਹ ਛੱਡ ਦਿੱਤਾ ਗਿਆ। ਜਿਸ ਦੇ ਮਾਰਨ ਦੇ ਇਸ ਐਂਡਰਿਊਜ਼ ਦੇ ਉੱਤੇ ਕਥਿਤ ਦੋਸ਼ ਨੇ, ਉਸ ਦੀ ਮਾਂ ਨੇ ਜਿਹੜਾ ਉਹ ਕਿਹਾ ਵੀ ਬੜੀ ਅਫਸੋਸਜਨਕ ਇਹ ਗੱਲ ਆ। ਕਹਿੰਦੇ ਵੀ ਮੈਂ ਸੈਡ ਆ ਤੇ ਮੈਂ ਹਰਟ ਆ ਤੇ ਡਿਸਅਪੁਆਇੰਟਡ ਆ, ਨਿਰਾਸ਼ਾ ਵੀ ਬਹੁਤ ਆ ਜਿਹੜੀ ਆ ਉਹ ਕੈਲੀਫੋਰਨੀਆ ਦੇ ਉੱਤੇ ਖਾਸ ਕਰਕੇ ਵੀ ਇਸ ਨੂੰ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਛੱਡ ਦਿੱਤਾ ਆ। ਸੋ ਇੱਕ ਹਥਿਆਰਾ ਜਿਹੜੀ ਅਣਗਹਿਲੀ ਦੇ ਚੱਲਦਿਆਂ ਕੈਲੀਫੋਰਨੀਆ ਦੀ ਜਿਹੜੀ ਮਾਰਟਿਨਸ ਫੈਸਿਲਿਟੀ ਦੀ ਉਹ ਇਸ ਟਾਈਮ ਸੜਕਾਂ ਤੇ ਆਜ਼ਾਦ ਘੁੰਮ ਰਿਹਾ ਆ। 1000 ਤੋਂ ਵੱਧ ਜਿਹੜੇ ਆਰਟੀਫੈਕਟਸ ਆ ਉਹ ਓਕਲੈਂਡ ਮਿਊਜ਼ੀਅਮ ਆਫ ਕੈਲੀਫੋਰਨੀਆ ਦੇ ਵਿੱਚੋਂ ਚੋਰੀ ਹੋ ਗਏ ਹੈਗੇ ਆ। ਕਹਿੰਦੇ ਓਕਲੈਂਡ ਦੀ ਪੁਲਿਸ ਡਿਪਾਰਟਮੈਂਟ ਉਹ FBI ਦੇ ਆਰਟ ਕ੍ਰਾਈਮ ਟੀਮ ਦੇ ਨਾਲ ਰਲ ਕੇ ਇਸ ਵਰਗਲੀ ਜੋ ਹੋਈ ਆ ਉਹਦੀ ਇਨਵੈਸਟੀਗੇਟ ਕਰ ਰਹੇ ਹੈਗੇ ਆ। ਓਕਲੈਂਡ ਪੁਲਿਸ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਵੀ ਉਹ FBI ਦੇ ਨਾਲ ਰਲ ਕੇ ਜੋ ਓਕਲੈਂਡ ਮਿਊਜ਼ੀਅਮ ਆਫ ਕੈਲੀਫੋਰਨੀਆ ਦਾ ਜਿਹੜਾ ਸਟੋਰੇਜ ਫੈਸਿਲਿਟੀ ਆ ਉੱਥੇ 2 ਵੀਕ ਪਹਿਲਾਂ ਜੋ ਚੋਰੀ ਹੋਈ ਸੀ, ਉਹ ਕੋਸ਼ਿਸ਼ ਕਰ ਰਿਹਾ ਵੀ ਕਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਫੜਿਆ ਜਾਵੇ। ਅਕਤੂਬਰ 15 ਨੂੰ ਇੱਕ ਸਸਪੈਕਟ ਜਾਂ ਇੱਕ ਤੋਂ ਵੱਧ ਮਿਊਜ਼ੀਅਮ ਦੇ ਆਫ ਸਾਈਟ ਜਿਹੜੇ ਕਲੈਕਸ਼ਨ ਸਟੋਰੇਜ ਫੈਸਿਲਿਟੀ ਆ ਉਹਦੇ ਵਿੱਚ ਐਂਟਰ ਹੋ ਗਏ ਤੇ ਉੱਥੋਂ ਉਹਨਾਂ ਨੇ 1000 ਦੇ ਕਰੀਬ ਆਈਟਮ ਜਿਨ੍ਹਾਂ ਦੇ ਵਿੱਚ ਜੁਐਲਰੀ ਸੀ, ਲੈਪਟਾਪ, ਨੇਟਿਵ ਅਮਰੀਕਨ ਬਾਸਕਟਸ, ਹੋਰ ਬਹੁਤ ਸਾਰਾ ਜਿਹੜਾ ਸਮਾਨ ਸੀ ਉਹਨਾਂ ਨੇ ਚੋਰੀ ਕਰ ਲਿਆ। ਲੋਰੀ ਫੋਗਰਟੀ ਜੋ ਐਗਜ਼ੀਕਿਊਟਿਵ ਡਾਇਰੈਕਟਰ ਤੇ CEO ਆ ਮਿਊਜ਼ੀਅਮ ਦੀ, ਉਹਨਾਂ ਨੇ ਇਹ ਕਿਹਾ ਵੀ ਸਾਨੂੰ ਜਿਹੜਾ ਇਸ ਚੀਜ਼ ਦਾ ਪਤਾ ਅਕਤੂਬਰ 16 ਨੂੰ ਲੱਗਾ ਤੇ ਪਰ ਇਹ ਨਹੀਂ ਪਤਾ ਲੱਗਾ ਵੀ ਕੋਈ ਕਿਸੇ EMPLOYEE ਨੇ ਕੀਤੀ ਆ ਜਾਂ ਬਾਹਰੋਂ ਆ ਕੇ ਕਿਸੇ ਨੇ ਜਿਹੜੀ ਇਹ ਏਡੀ ਵੱਡੀ ਜਿਹੜੀ ਚੋਰੀ ਆ ਉਹ ਕੀਤੀ ਹੈਗੀ ਆ। ਅਮਰੀਕਾ ਦੇ ਵਿੱਚ ਜੇ ਤੁਸੀਂ ਮਿਊਜ਼ੀਅਮ ਦੇ ਵਿੱਚੋਂ ਚੋਰੀ ਕਰਦੇ ਆ ਉਸ ਨੂੰ ਫੈਡਰਲ ਕ੍ਰਾਈਮ ਜੋ ਗਿਣਿਆ ਜਾਂਦਾ ਹੈਗਾ ਆ। ਤੇ ਆਪਾਂ ਪਿੱਛੇ ਦੇਖਿਆ ਸੀ ਵੀ ਫਰਾਂਸ ਦੇ ਵਿੱਚ ਹੋਈ ਸੀ ਜਿਹੜੀ ਬਹੁਤ ਵੱਡੀ ਮਿਊਜ਼ੀਅਮ ਦੇ ਵਿੱਚ ਚੋਰੀ। ਸੋ ਦੇਖੋ ਚੋਰ ਕੋਈ ਵੀ ਜਿਹੜੀ ਜਗ੍ਹਾ ਆ ਉਹ ਨਹੀਂ ਛੱਡ ਰਹੇ ਹੈਗੇ। ਜੀ। ਅਗਲੀ ਗੱਲ ਕਰਦੇ ਜਾਈਏ, ਕੈਲਮੈਟਰਸ ਰਿਪੋਰਟ ਕਰ ਰਿਹਾ ਹੈ, ਕਹਿੰਦੇ ਵੀ 500,000 ਯੰਗ ਕੈਲੀਫੋਰਨੀਅਨਸ ਜਾਂ ਉਹ ਸਕੂਲ ਤੋਂ ਬਾਹਰ ਨੇ ਤੇ ਜਾਂ ਕੰਮ ਤੋਂ ਜਿਹੜਾ ਉਹ ਬਾਹਰ ਨੇ ਤੇ ਉਹਨਾਂ ਚੋਂ ਮੈਜੋਰਿਟੀ ਜਿਹੜੇ ਆ ਉਹ ਬੰਦੇ ਨੇ, ਮੈਨ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਸਟੇਟ ਲੀਡਰਸ ਤੇ ਜਿਹੜੇ ਰਿਸਰਚਰਸ ਆ ਉਹ ਇਸ ਦੇ ਬਾਰੇ ਹੁਣ ਚਰਚਾ ਜਿਹੜੀ ਉਹ ਕਰ ਰਹੇ ਆ। 5 ਲੱਖ ਤੋਂ ਵੱਧ ਯੰਗ ਲੋਕ 16 ਤੋਂ 24 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਲਈ ਕਹਿੰਦੇ ਵੀ ਇਹ ਕੰਮ ਬੜਾ ਔਖਾ ਬਣਿਆ ਪਿਆ ਆ। ਜੌਬ ਲੱਭਣੀ ਕਹਿੰਦੇ ਵੀ ਇੱਕ ਸੋਲਿਊਸ਼ਨ ਹੈਗਾ ਆ, ਪਰ ਮੁੱਦਾ ਕਹਿੰਦੇ ਵੀ ਇਸ ਤੋਂ ਵੀ ਜ਼ਿਆਦਾ ਡੂੰਘਾ ਗੰਭੀਰ ਇਹਨਾਂ ਸਾਰਿਆਂ ਦੇ ਲਈ ਬਣਿਆ ਪਿਆ ਆ।
ਜਿਹੜੇ ਜੁਲਾਈ ਦੇ ਵਿੱਚ ਗਵਰਨਰ ਨਿਊਸਮ ਨੇ ਇੱਕ ਐਗਜ਼ੈਕਟਿਵ ਆਰਡਰ ਇਸ਼ੂ ਕੀਤਾ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੇ ਸੁਸਾਈਡਸ ਦੀ ਦਰ ਲਗਾਤਾਰ ਵੱਧ ਰਹੀ ਆ, ਜਿਹੜੇ ਕੈਲੀਫੋਰਨੀਆ ਦੇ ਜਵਾਨ ਬੰਦੇ ਤੇ ਮੁੰਡੇ ਆ, ਉਹਨਾਂ ਦੇ ਵਿੱਚ ਜਿਹੜਾ ਡਿਸਕਨੈਕਸ਼ਨ ਵੱਧ ਰਿਹਾ ਆ, ਉਹ ਇੱਕ ਕ੍ਰਾਈਸਿਸ ਹੈਗਾ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਹੈਗੀ ਆ। ਸੋ ਇਹ ਕਹਿੰਦੇ ਵੀ ਹੁਣ ਸਥਿਤੀ ਇੱਥੇ ਤੱਕ ਬਣੀ ਪਈ ਆ ਵੀ ਨਾ ਉਹਨਾਂ ਦੇ ਕੋਲ ਕੁਛ ਰਾਸ਼ੀ ਜਮ੍ਹਾਂ ਆ, ਤੇ ਇੱਥੋਂ ਤੱਕ ਕਿ ਜਿਹੜੇ ਸਕੂਲ 'ਚ ਪੜ੍ਹਦੇ ਆ, ਕਾਲਜਿਸ 'ਚ ਪੜ੍ਹਦੇ ਆ, ਟਿਊਸ਼ਨ ਫੀਸ ਨਾ ਹੋਣ ਕਰਕੇ, ਕੰਮ ਨਾ ਹੋਣ ਕਰਕੇ, ਜਾਂ ਹੋਰ ਮੈਂਟਲ ਇਸ਼ੂਜ਼ ਦੇ ਚੱਲਦਿਆਂ ਉਹਨਾਂ ਨੂੰ ਜਿਹੜਾ ਸਕੂਲ ਤੇ ਕੰਮ ਜਿਹੜਾ ਉਹ ਵਿੱਚੇ ਹੀ ਛੱਡਣਾ ਪੈ ਰਿਹਾ ਆ। ਸੋ ਸੁਸਾਇਟੀ ਦੇ ਵਿੱਚ ਮੈਂਟਲ ਪ੍ਰੈਸ਼ਰ ਇਸ ਟਾਈਮ ਲੋਕਾਂ ਦੇ ਉੱਤੇ ਤਰ੍ਹਾਂ ਦਾ ਤੇ ਬਹੁਤ ਜ਼ਿਆਦਾ ਜਿਹੜਾ ਉਹ ਵਧਿਆ ਪਿਆ ਆ, ਜਿਸ ਕਰਕੇ ਲੋਨਲੀਨੈਸ ਦੀ ਜਿਹੜੀ ਪ੍ਰੋਬਲਮ ਆ ਉਹ ਬਹੁਤ ਜ਼ਿਆਦਾ ਵੱਧ ਰਹੀ ਆ, ਤੇ ਉਹ ਇਦਾਂ ਦੀਆਂ ਹੋਰ ਇਸ਼ੂਜ਼ ਨੂੰ ਨਾਲ ਦੇ ਨਾਲ ਜਨਮ ਦੇ ਰਹੀ ਆ। ਸੋ ਐਜ਼ ਏ ਸੁਸਾਇਟੀ ਆਪਾਂ ਸਾਰਿਆਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲ ਜੁਲ ਕੇ ਸੁਧਾਰਨ ਵੱਲ ਨੂੰ ਜਿਹੜੇ ਉਹ ਕਦਮ ਚੁੱਕਣ ਦੀ ਜਿਹੜੀ ਉਹ ਜ਼ਰੂਰਤ ਆ। ਇੱਕ ਦੂਜੇ ਦੀ ਬਾਂਹ ਬਣੀਏ, ਇੱਕ ਦੂਜੇ ਦੀ ਮਦਦ ਜਿੰਨੀ ਕਰ ਸਕਦੇ ਆ ਉਹ ਕਰਨ ਦੀ ਕੋਸ਼ਿਸ਼ ਕਰੀਏ। ਖਾਸ ਕਰਕੇ ਅੱਜ ਕੱਲ੍ਹ ਮੈਂਟਲੀ ਤੇ ਇਮੋਸ਼ਨਲੀ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਜ਼ਰੂਰਤ ਆ ਇੱਕ ਦੂਜੇ ਦੇ ਸਹਾਰਾ ਬਣਨ ਦੀ। ਲੇ-ਆਫ ਦਾ ਚੱਕਰ ਜਿਹੜਾ ਧੜਾ-ਧੜ ਖਾਸ ਕਰਕੇ ਟੈਕਨੋਲੋਜੀ ਇੰਡਸਟਰੀਜ਼ ਆ ਉਹਨਾਂ ਦੇ ਵਿੱਚ ਚੱਲ ਰਿਹਾ ਹੈ। ਅੱਜ YouTube ਨੇ ਉਹ ਅਨਾਉਂਸ ਕੀਤਾ ਹੈ ਵੀ ਉਹ ਵਲੰਟਰੀ ਐਗਜ਼ਿਟ ਪ੍ਰੋਗਰਾਮ ਯੂਐਸ ਦੇ ਸਟਾਫ ਲਈ ਉਹਨਾਂ ਨੇ ਸੈਟਅਪ ਕਰ ਦਿੱਤਾ ਹੈ ਵੀ ਜੇ ਕੋਈ ਵਲੰਟੀਅਰਲੀ ਆਪਣੀ ਮਰਜ਼ੀ ਨਾਲ ਜੌਬ ਛੱਡਣਾ ਚਾਹੁੰਦਾ ਆ ਤੇ ਉਹ ਛੱਡ ਸਕਦਾ। ਉਹਨਾਂ ਨੂੰ ਜਿਹੜਾ ਪੈਕੇਜ ਵਗੈਰਾ ਦਿੱਤਾ ਜਾਊਗਾ, ਨਹੀਂ ਤਾਂ ਫਿਰ ਅਲਟੀਮੇਟਲੀ ਕੰਪਨੀ ਨੂੰ ਲੇ-ਆਫ ਕਰਨੇ ਪੈਣਗੇ। ਇਸੇ ਤਰ੍ਹਾਂ ਇੱਕ ਬੇ ਏਰੀਏ ਦੀ ਕਾਫੀ ਵੱਡੀ ਜਿਹੜੀ ਬਾਇਓਟੈਕ ਕੰਪਨੀ ਹੈਗੀ ਜੈਨੇਟੈਕ, ਉਹਨਾਂ ਨੇ ਇਹ ਕਿਹਾ ਵੀ 100 ਤੋਂ ਵੱਧ ਉਹ ਸੈਨ ਫਰਾਂਸਿਸਕੋ ਏਰੀਏ ਦੇ ਆਫਿਸਿਸ ਦੇ ਵਿੱਚੋਂ ਸਾਇੰਟਿਸਟ ਨੂੰ ਲੇ-ਆਫ ਕਰਨ ਜਾ ਰਹੇ ਹੈਗੇ ਆ। ਬੇ ਏਰੀਏ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਟੈਕ ਜਾਇੰਟਸ ਆ ਉਹਨਾਂ ਨੇ ਲੇ-ਆਫ ਕੀਤੀ ਹੈਗੀ ਆ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ, ਲੋਕਾਂ ਦੇ ਵਿੱਚ, ਵਰਕਰਸ ਦੇ ਵਿੱਚ ਐਂਗਜ਼ਾਇਟੀ ਕਹਿੰਦੇ ਬਹੁਤ ਜ਼ਿਆਦਾ ਹੈਗੀ ਆ। ਜੇ ਦੱਸਦਾ ਜਾਵਾਂ, ਐਮਾਜ਼ੋਨ ਨੇ 14,000 ਦੇ ਕਰੀਬ ਲੋਕਾਂ ਨੂੰ ਲੇ-ਆਫ ਕੀਤਾ ਆ, 4% ਉਹਨਾਂ ਦਾ ਵਰਕਫੋਰਸ। ਯੂਪੀਐਸ ਨੇ 48,000 ਦੇ ਕਰੀਬ ਲੋਕਾਂ ਨੂੰ ਲੇ-ਆਫ ਕੀਤਾ। ਟਾਰਗੇਟ ਨੇ 18 ਕਾਰਪੋਰੇਟ ਪੋਜੀਸ਼ਨ ਜੋ ਕਿ 8% ਉਹਨਾਂ ਦੀ ਜਿਹੜੀ ਇੰਪਲਾਇਮੈਂਟ ਦਾ ਹਿੱਸਾ ਬਣਦਾ ਆ। ਨੈਸਲੀ ਕੰਪਨੀ ਜਿਹੜੀ ਆ ਉਹਨਾਂ ਨੇ 16,000 ਲੋਕਾਂ ਨੂੰ ਗਲੋਬਲੀ ਲੇ-ਆਫ ਕੀਤਾ ਹੈ। ਲੁਫਤਾਂਜ਼ਾ ਗਰੁੱਪ ਨੇ 4,000 ਲੋਕਾਂ ਨੂੰ ਲੇ-ਆਫ ਕਰਨਾ ਸੰਨ 2030 ਤਾਈਂ ਸ਼ੁਰੂਆਤ ਕਰ ਦਿੱਤੀ ਹੈਗੀ ਆ। ਨੋਵੋ ਨੋਰਡਿਸਕ ਨੇ 9,000 ਜੌਬਸ ਜਿਹੜੀਆਂ ਕੱਟ ਕਰ ਦਿੱਤੀਆਂ, ਜੋ ਕਿ 11% ਉਹਨਾਂ ਦੀ ਵਰਕਫੋਰਸ ਆ। ਕਨੋਕੋ ਫਿਲਿਪਸ ਨੇ ਜਿਹੜਾ ਆ ਉਹਨਾਂ ਨੇ ਇਹ ਕਿਹਾ ਆ ਵੀ 20 ਤੋਂ 25% ਉਹ ਕੰਪਨੀ ਦੇ ਜਿਹੜੇ EMPLOYEES ਆ ਵਰਲਡ ਵਾਈਡ ਉਹਨਾਂ ਨੂੰ ਲੇ-ਆਫ ਕਰਨ ਜਾ ਰਹੇ ਆ। ਸੋ ਇਹ ਕਾਫੀ ਵੱਡਾ ਨੰਬਰ ਆ। ਇੰਟਲ ਨੇ ਜਿਹੜੇ ਆ ਉਹ ਕਹਿੰਦੇ ਆ ਵੀ 75,000 ਦੇ ਕਰੀਬ ਜਿਹੜੇ ਉਹਨਾਂ ਦੇ ਕੋ-ਵਰਕਰਸ ਹੈਗੇ ਆ ਜਾਂ ਸਬਸਿਡਰੀਜ਼ ਆ, ਉਹ ਕੱਟ ਕਰਨ ਜਾ ਰਹੇ ਆ। ਮਾਈਕਰੋਸਾਫਟ ਵਾਲੇ 6,000 ਤੋਂ ਵੱਧ ਜਿਹੜੇ ਵਰਕਰਸ ਆ ਉਹਨਾਂ ਨੇ ਜਿਹੜੇ ਆਲਰੇਡੀ ਲੇ-ਆਫ ਕਰ ਦਿੱਤੇ। ਪ੍ਰੋਕਟਰ ਐਂਡ ਗੈਂਬਲ ਵਰਗੀ ਕੰਪਨੀ ਨੇ ਵੀ 7,000 ਲੋਕਾਂ ਨੂੰ, ਜੋ ਕਿ ਉਹਨਾਂ ਦਾ 6% ਵਰਕਫੋਰਸ ਬਣਦਾ ਹੈ, ਉਹਨਾਂ ਨੂੰ ਲੇ-ਆਫ ਕਰ ਦਿੱਤਾ ਹੈਗਾ। ਜੀ, ਬਿਲਕੁਲ। ਜੀ। ਤੇ ਹਰਜੋਤ ਸਿੰਘ ਜੀ, ਮਾਰਕੀਟਸ ਦਾ ਜੇ ਜਾਂਦੇ ਹਾਲ ਦੱਸਦੇ ਜਾਈਏ ਤਾਂ ਅੱਜ ਜਿਹੜਾ ਡਾਓ ਜੋਨ ਆ ਉਹ 74 ਪੁਆਇੰਟ ਘਟ ਕੇ 47,632 ਦੇ ਉੱਤੇ ਜਿਹੜਾ ਉਹ ਪਹੁੰਚਿਆ। S&P ਬਰਾਬਰ ਆ 6800 ਤੇ 91 ਤੇ ਬੰਦ ਹੋਇਆ। ਨੈਸਡੈਕ 100 ਤੇ 31 ਪੁਆਇੰਟ ਵੱਧ ਕੇ 23,958 ਤੇ ਬੰਦ ਹੋਇਆ। ਸੋਨੇ ਦਾ ਭਾਅ 3900 ਤੇ $57 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10-year yield 4.07%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,10,562 ਤੇ ਇਥੀਰੀਅਮ 3900 ਤੇ $23 ਦੇ ਬਰਾਬਰ ਚੱਲ ਰਿਹਾ ਹੈਗਾ ਆ। ਤੇ ਨਾਲ ਇਹ ਵੀ ਜਿਹੜਾ ਉਹ ਦੱਸਦੇ ਜਾਈਏ ਵੀ ਫੈਡ ਨੇ ਇੰਟਰਸਟ ਰੇਟ ਲੋਵਰ ਜਿਹੜੇ ਉਹ ਕੀਤੇ ਆ, ਤੇ ਨਾਲ ਜਿਹੜੇ ਫੈਡ ਦੇ ਚੇਅਰ ਜਰੋਮ ਪਾਵਲ ਉਹਨਾਂ ਨੇ ਇਹ ਆਖਿਆ ਆ ਵੀ ਇਹ ਇਸ ਸਾਲ ਦਾ ਲਾਸਟ ਆ। ਪਹਿਲੋਂ ਇਹ ਕਿਆਸ ਰਾਈਆਂ ਚੱਲ ਰਹੀਆਂ ਸੀਗੀਆਂ ਵੀ 1/4% ਜਾਂ ਅੱਧੇ % ਤੱਕ ਇੰਟਰਸਟ ਰੇਟ ਕੱਟ ਦਸੰਬਰ ਮਹੀਨੇ ਦੇ ਵਿੱਚ ਆ ਸਕਦੇ ਆ, ਪਰ ਅਕਤੂਬਰ ਦੇ ਹੁਣ ਐਂਡ ਨਵੰਬਰ ਦੀ ਸ਼ੁਰੂਆਤ ਤੋਂ ਪਹਿਲਾਂ ਫੈਡ ਨੇ ਜਿਹੜਾ ਆ 1/4% ਇੰਟਰਸਟ ਰੇਟ ਕੱਟ ਜਿਹੜੇ ਉਹ ਅੱਜ ਕਰ ਦਿੱਤੇ ਹੈਗੇ ਆ। ਸੋ ਇਹ ਜਿਹੜਾ ਆ ਉਹ ਇਸ ਟਾਈਮ ਸਾਹਮਣੇ ਆਇਆ ਆ। ਸੋ ਇੰਟਰਸਟ ਰੇਟ ਕੱਟ ਹੋਏ ਨੇ, ਬਟ ਇਹ ਕਹਿੰਦੇ ਵੀ ਸਾਲ ਦਾ ਲਾਸਟ ਹੋ ਸਕਦਾ ਹੈ। ਪਹਿਲਾਂ ਦਸੰਬਰ ਬਾਰੇ ਵੀ ਹੋਰ ਸੋਚਿਆ ਜਾ ਰਿਹਾ ਸੀ।
ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $282 ਤੇ 37 ਪੈਸੇ। $1 ਦੇ ਬਰਾਬਰ ਇੰਡੀਆ ਦੇ $88 ਤੇ 32 ਪੈਸੇ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਬੇਨਤੀ ਕਰਦੇ ਜਾਈਏ, ਪੰਜਾਬੀ ਰੇਡੀਓ USA ਦੇ ਸਾਰੇ ਹੀ ਜਿਹੜੇ AM ਤੇ FM ਸਟੇਸ਼ਨਸ ਆ 15 ਦੇ 15 ਬੇਕਰਸਫੀਲਡ ਤੋਂ ਲੈ ਕੇ ਬੇ ਏਰੀਏ ਤੋਂ ਲੈ ਕੇ ਯੂਬਾ ਸਿਟੀ ਤਾਈਂ ਸਾਰਿਆਂ ਦੇ ਉੱਤੇ ਤੁਸੀਂ ਯੂਬਾ ਸਿਟੀ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਜਿਹੜੇ ਦੀਵਾਨ ਚੱਲ ਰਹੇ ਹੈਗੇ ਆ ਉਹਨਾਂ ਨੂੰ ਲਾਈਵ ਹੁਣ ਰਹਿਰਾ ਸਾਹਿਬ ਦੇ ਪਾਠ ਹੋਣਗੇ, ਉਸ ਤੋਂ ਬਾਅਦ ਸੁਣੋਗੇ। ਪਰ ਬਾਕੀ ਜਿਹੜਾ YouTube ਜਿਹੜਾ ਪੰਜਾਬੀ ਰੇਡੀਓ USA ਦਾ ਤੇ ਪੰਜਾਬੀ TV USA ਦਾ ਜਿਹੜਾ YouTube ਹੈਗਾ, ਉੱਥੇ ਵੀ ਤੁਸੀਂ ਲਾਈਵ ਦੇਖ ਸਕਦੇ ਹੋ। ਤੇ ਉੱਥੇ ਕਾਫੀ ਲੰਮਾ ਸਮਾਂ ਜਿਹੜੇ ਪ੍ਰੋਗਰਾਮ ਚੱਲਦੇ ਰਹਿੰਦੇ ਆ। ਇਸ ਟਾਈਮ ਦੀਵਾਨ ਲੱਗੇ ਹੋਏ ਆ। ਸੋ ਸਾਡੀ ਬੇਨਤੀ ਆ ਹੱਥ ਜੋੜ ਕੇ, ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਸੁਣ ਰਹੇ ਆ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਜਿਹੜੇ ਦੂਰ ਦੁਰਾਡੇ ਰਹਿੰਦੇ ਹੈਗੇ ਆ, ਉਹਨਾਂ ਨੂੰ ਜਿਹੜਾ ਲਿੰਕ ਆ ਉਹ ਦੱਸ ਦਿਓ, ਪੰਜਾਬੀ TV USA ਦਾ ਵੀ ਤੇ ਪੰਜਾਬੀ ਰੇਡੀਓ USA ਦਾ ਵੀ, ਤਾਂ ਕਿ ਉਹ ਆਪਣੇ ਘਰਾਂ ਦੇ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖ ਸਕਣ। ਜੀ, ਹੁਣ ਲੈਂਦੇ ਹਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।